अस्सलाम वालेकुम जी, सब दा वाम वेलकम मेरे चैनल ते। जिस ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਗਾਹੇ ਬਗਾਹੇ ਰੋਮਾਨੀਆ ਔਰ ਬੁਲਗਾਰੀਆ ਦੀ ਸ਼ਿੰਗਨ ਚ ਐਕਸੈਸ਼ਨ ਦੇ ਬਾਰੇ ਖਬਰਾਂ ਸਾਂਝੀਆਂ ਕਰਦਾ ਰਹਿੰਦਾ ਵਾਂ। ਜਦ ਵੀ ਕੋਈ ਥੋੜੀ ਇੰਪੋਰਟੈਂਟ ਨਿਊਜ਼ ਆਂਦੀ ਤੇ ਮੈਂ ਲਾਜ਼ਮੀ ਉਸ ਨੂੰ ਸ਼ੇਅਰ ਕਰਨਾ ਤਾਂ ਕਿ ਜਿਹੜੇ ਵੀ ਲੋਕ ਸਾਡੇ ਦੇਸੀ ਰੋਮਾਨੀਆ ਔਰ ਬੁਲਗਾਰੀਆ ਵਿੱਚ ਵਸਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਨੈਕਸਟ ਕੀ ਚੱਲ ਰਿਹਾ, ਕੀ ਰੀਸੈਂਟ ਨਿਊਜ਼ ਦੇ ਬਾਰੇ ਚੱਲ ਰਹੀ ਹੈ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੋਮਾਨੀਆ ਬੁਲਗਾਰੀਆ 2011 ਤੋਂ ਬਾਅਦ ਤਕਰੀਬਨ ਸਾਰੀ ਸ਼ਿੰਗਨ ਦੀ ਐਂਟਰੀ ਰਿਕੁਆਇਰਮੈਂਟ ਪੂਰੀ ਕਰਕੇ ਬੈਠੇ ਨੇ, ਲੇਕਿਨ ਇਹਨਾਂ ਨੂੰ ਫਿਲਹਾਲ ਇੰਟਰਨਲ ਪੋਲੀਟਿਕਸ ਦੀ ਵਜ੍ਹਾ ਤੋਂ ਸ਼ਿੰਗਨ ਦੇ ਵਿੱਚ ਸ਼ਾਮਲ ਨਹੀਂ ਕਰ ਰਹੇ। ਸ਼ਿੰਗਨ ਦਾ ਮਤਲਬ ਕੀ ਹੈ ਕਿ ਯੂਰਪੀ ਯੂਨੀਅਨ 'ਚ ਤਾਂ ਸ਼ਾਮਲ ਨੇ, ਕਿ ਰੋਮਾਨੀਅਨ ਪਾਸਪੋਰਟ ਕਿਸੇ ਕੋਲ ਹੋਵੇਗਾ ਤਾਂ ਪੂਰੇ ਯੂਰਪ 'ਚ ਘੁੰਮ ਸਕਦਾ, ਰਹਿ ਸਕਦਾ, ਕੰਮ ਕਰ ਸਕਦਾ। ਲੇਕਿਨ ਸ਼ਿੰਗਨ ਦਾ ਮਤਲਬ ਹੈ ਕਿ ਜਦੋਂ ਵੀ ਰੋਮਾਨੀਆ 'ਚੋਂ ਆਊਟ ਹੋਣਗੇ ਜਾਂ ਇਨ ਹੋਣਗੇ ਉਹਨਾਂ ਦੀ ਚੈਕਿੰਗ ਹੋਵੇਗੀ, ਗੱਡੀਆਂ ਆਉਣਗੀਆਂ ਤਾਂ ਉਹਦੇ 'ਤੇ ਵੀ ਚੈਕਿੰਗ ਹੋਏਗੀ। ਔਰ ਰੋਮਾਨੀਆ ਜੇਕਰ ਕੋਈ ਦੇਸੀ ਰਹਿ ਰਹੇ ਨੇ ਜਾਂ ਫਾਰਨਰ ਰਹਿ ਰਹੇ ਨੇ, ਕੋਈ ਰੋਮਾਨੀਅਨ ਰੈਜ਼ੀਡੈਂਸ ਪਰਮਿਟ ਹੈ, ਤੇ ਉਹ ਯੂਰਪੀ ਯੂਨੀਅਨ 'ਚ ਆ ਜਾ ਨਹੀਂ ਸਕਣਗੇ, ਹੈ ਨਾ, ਉਹਨਾਂ ਨੂੰ ਵੀਜ਼ਾ ਚਾਹੀਦਾ ਹੁੰਦਾ ਹੈ, ਜਿਹਦੀ ਵਜ੍ਹਾ ਤੋਂ ਫਿਰ ਬਹੁਤ ਜ਼ਿਆਦਾ ਲੋਕ ਡੰਕੀ ਲਾ ਕੇ ਰੋਮਾਨੀਆ ਤੋਂ ਉਰੇ ਆਉਂਦੇ ਨੇ ਹੈ। ਹੁਣ ਰੀਸੈਂਟ ਇਹਦੇ ਵਿੱਚ ਸਭ ਤੋਂ ਜ਼ਿਆਦਾ ਰੋਮਾਨੀਆ ਵਾਸਤੇ ਮਸਲਾ ਪੈਦਾ ਕੀਤਾ ਸੀ ਲਾਸਟ ਈਅਰ ਜਦੋਂ ਸ਼ਿੰਗਨ ਐਕਸੈਸ਼ਨ ਹੋਈ ਸੀ 2022 ਦਸੰਬਰ ਦੇ ਵਿੱਚ ਆਸਟਰੀਆ ਨੇ। ਔਰ ਜਿਸਦੀ ਵਜ੍ਹਾ ਤੋਂ ਯੂਰਪੀ ਯੂਨੀਅਨ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਆਸਟਰੀਆ ਨੂੰ ਕਿਸੇ ਤਰੀਕੇ ਬਾਜ਼ ਰੱਖਿਆ ਜਾਏ ਹੈ, ਲੇਕਿਨ ਉਹ ਬਾਜ਼ ਨਹੀਂ ਸੀ ਰਹੇ। ਔਰ ਉਸ ਤੋਂ ਬਾਅਦ ਵੀ ਲਗਾਤਾਰ ਉਹ ਕੋਸ਼ਿਸ਼ ਕਰਦੇ ਰਹੇ ਨੇ ਕਿ ਆਸਟਰੀਆ ਸ਼ਿੰਗਨ ਦੇ ਵਿੱਚ ਇਹ ਵੀਟੋ ਨੂੰ ਨਾ ਕਰਿਆ, ਵੀਟੋ ਨੂੰ ਪਿੱਛੇ ਲੈ ਲਏ, ਲੇਕਿਨ ਹਜੇ ਤੱਕ ਆਸਟਰੀਆ ਨਹੀਂ ਮੁੜਦਾ ਪਿਆ ਹੈ। ਹੁਣ ਲੇਟੈਸਟ ਨਿਊਜ਼ ਜਿਹੜੀ ਮੈਨੂੰ ਪਹੁੰਚੀ ਹੈ ਉਹ ਹੈ ਵੇ ਕਿ ਆਸਟਰੀਆ ਨੇ ਆਪਣੇ ਜਿਹੜੇ ਸਟੈਂਡ ਨੂੰ ਮੇਨਟੇਨ ਕਰ ਲਿਆ, ਔਰ ਅਜੇ ਤੱਕ ਉਹ ਇਸ ਚੀਜ਼ ਨੂੰ ਤੇ ਐਗਰੀ ਹੈ ਕਿ ਅਸੀਂ ਰੋਮਾਨੀਆ ਦੇ ਹੱਕ ਵਿੱਚ ਦਸਤਬਰਦਾਰ ਨਹੀਂ ਹੋਣਾ, ਯਾਨੀ ਕਿ ਅਸੀਂ ਰੋਮਾਨੀਆ ਨੂੰ ਸ਼ਿੰਗਨ ਦੇ ਵਿੱਚ ਸ਼ਾਮਲ ਹੋਣ ਨਹੀਂ ਦੇਣਾ ਹੈ। ਬੁਲਗਾਰੀਆ ਦੇ ਮੁਕਾਬਲੇ ਤੇ ਹਾਲੈਂਡ ਵੀ ਹੈ ਨਾ, ਤੇ ਰੋਮਾਨੀਆ ਵਾਸਤੇ ਆਸਟਰੀਆ ਬਹੁਤ ਵੱਡਾ ਮਸਲਾ ਬਣਿਆ। ਆਸਟਰੀਆ ਨਹੀਂ ਮੰਨ ਰਿਹਾ। ਆਸਟਰੀਆ ਨੇ ਕਿਹਾ ਕਿ ਇਹ ਪਾਰਟੀ ਪੋਲਿਟਿਕਸ ਤੋਂ ਉੱਤੇ ਗੱਲ ਹੈ, ਕਿ ਇਹ ਨਹੀਂ ਹੈ ਕਿ ਅਸੀਂ ਸਾਡੀ ਪਾਰਟੀ ਘੁੰਮ ਜੇ ਸਾਨੂੰ, ਅਸੀਂ ਉਸ ਵਜ੍ਹਾ ਤੋਂ ਰੋਮਾਨੀਆ ਨੂੰ ਅਸੀਂ ਸ਼ਿੰਗਨ 'ਚ ਨਹੀਂ ਸ਼ਾਮਲ ਕਰੇ, ਬਲਕਿ ਸਾਡੇ ਮੁਲਕ ਦੀ ਸਿਕਿਉਰਿਟੀ ਦਾ ਮਸਲਾ ਹੈ। ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2023 ਦੇ ਆਖਰੀ 6 ਮਹੀਨੇ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਯੂਰਪੀ ਯੂਨੀਅਨ ਦੀ ਪ੍ਰੈਜ਼ੀਡੈਂਸੀ ਹੈ ਸਪੇਨ ਕੋਲੇ ਵੀ। ਅਸੀਂ ਵੀ ਸਪੇਨ 'ਚ ਰਹਿੰਦੇ ਹਾਂ, ਸਾਨੂੰ ਥੋੜ੍ਹਾ ਚਲੋ ਫਖਰ ਮਹਿਸੂਸ ਹੁੰਦਾ ਕਿ ਸਾਡੇ ਮੁਲਕ ਦੀ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਯੂਰਪੀ ਯੂਨੀਅਨ ਦੀ ਪ੍ਰੈਜ਼ੀਡੈਂਸੀ ਕਰ ਰਹੇ ਨੇ ਹੈ। ਉਹਦੇ ਵਿੱਚ ਲਾਸਟ ਮੰਥ ਵੀ ਯੂਰਪੀ ਯੂਨੀਅਨ ਨੇ ਕਰਾਰਦਾਦ ਮਨਜ਼ੂਰ ਕੀਤੀ ਸੀ, ਜਿਹਦੇ ਵਿੱਚ ਤਕਰੀਬਨ 570 MPs ਸੀ, ਉਹਨਾਂ ਨੇ ਰੋਮਾਨੀਆ ਦੇ ਹੱਕ ਵਿੱਚ ਔਰ ਬੁਲਗਾਰੀਆ ਦੇ ਹੱਕ ਵਿੱਚ ਵੋਟ ਕੀਤਾ ਸੀ, ਤੇ 57 ਬੰਦਿਆਂ ਨੇ ਇਸ ਦੇ ਅਗੇਂਸਟ ਦਿੱਤਾ, ਜਿਹਦੀ ਵਜ੍ਹਾ ਤੋਂ ਉਹਨਾਂ ਨੇ ਕਿਹਾ ਸੀ ਕਿ ਇਹ ਦੋਵੇਂ ਮੁਲਕ ਜਿਹੜੇ ਨੇ ਇਹ ਹੁਣ पूरी रिक्वायरमेंट पूरी करें, लिहाजा रोमानिया लिहाजा आस्ट्रिया और हालैंड अपने रवैये की नज़रसानी करन है, और इन्हों के खिलाफ जी वीटो पावर है वो इस्तेमाल ना करन, बल्कि इन्होंने हक च करन है। हुण जी लेटेस्ट चीज़ जी इंपोर्टेंट चीज़ दूसरी जी खबर है कि नैक्सट इलैक्शन क्यों हो रहे हैं, तो जो स्पेन का अंबैसडर रोमानिया के खुसे उसने कहा कि नैक्सट अक्तूबर के दोबारा मीटिंग होएगी, जी मेन इन्हों के इंटीरियर मिनिस्टर की मीटिंग होती, जिस तरह लास्ट दसंबर के हुई सी। उस असी रोमानिया और बुलगारिया का एजेंडा रखांगे और दोबारा रोमानिया और बुलगारिया के शिंगन के एक्सैशन उत्ते वोटिंग करावांगे, और ये असी पूरी कोशिश करांगे कि दोवां मुल्कां नूं मुतमिन करके शिंगन में शामिल किया जा सके, क्योंकि यूरोपी यूनियन का मेन मकसद भी यही है कि इस साल के आखिर तक रोमानिया और बुलगारिया जरूर शिंगन के शामिल हो। लेकिन जड़ियाँ ग्राउंड रियलिटीज़ ने वो है ने कि आस्ट्रिया नहीं मान रहा और हालैंड भी नहीं मान रहा, क्योंकि उन्होंने अपनी सिक्योरिटी का इशू बनाया हुआ है। लेकिन लोग पूरी कोशिश कर रहे हैं, देखो इस हो सकता है इस साल च मुतमिन कर लें, ना तो नैक्सट ईयर कर लें, क्योंकि लोग मेज़ ते बह के टेबल टाक ते यकीन रखते हैं और अपने मसाइल नूं बह के ही हल करते हैं। बाकी जिथे भी रहो जींदे वास्ते रहो, आबाद रहो, रब सब दा हामी नासर होवे। अल्लाह हाफिज़, टेक केयर।